101 ਖਾਲਸੇ ਦੀ ਅਰਦਾਸ ਆਪਾਂ ਭਰੀ ਹੈ। 101 ਅਰਦਾਸ ਦੀ ਫਿਰ ਪੁਸਤਕ ਵੀ ਲਿਖੀ ਹੈ। ਛੋਟੀ ਛੋਟੀ ਗੱਲ ਹੈ। ਘਰੋਂ ਤੁਰਨਾ ਬੇਨਤੀ ਕਰਕੇ ਤੁਰ ਲਓ, ਪ੍ਰਸ਼ਾਦਾ ਛਕਣਾ ਪਹਿਲਾਂ ਪਾਠ ਕਰ ਲਓ, ਥੋੜ੍ਹਾ ਜਿਹਾ ਬਾਅਦ 'ਚ ਫਿਰ ਅਰਦਾਸ ਕਰ ਲਓ। ਕਿਸੇ ਕੰਮ ਜਾਣਾ ਤਾਂ ਬੇਨਤੀ ਕਰ ਲਓ। ਕੋਈ ਕੰਮ ਵੀ ਆਰੰਭ ਕਰਨਾ ਹੈ, ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ, ਧਿਆਨ ਧਰ ਕੇ ਮੱਥਾ ਟੇਕ ਲਓ। ਇੱਕ ਵਾਰੀ ਸਿਰਫ ਧਿਆਨ ਨਾਲ ਕਨੈਕਸ਼ਨ ਹੋ ਜੇ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਕਾਰਜ ਵਿੱਚ ਜ਼ਿੰਮੇਵਾਰ ਵੀ ਨੇ ਤੇ ਸਹਾਈ ਵੀ ਹੁੰਦੇ ਨੇ। ਬਸ ਇਹੀ ਕਹਿਣਾ, ਮਹਾਰਾਜ ਸਹਾਈ ਹੋਣਾ, ਕਿਰਪਾ ਕਰਨੀ। ਸਤਿਗੁਰੂ ਕਹਿੰਦੇ ਹਾਂ ਮੇਰਾ ਇਹਨੇ ਧਿਆਨ ਕੀਤਾ ਹੈ। ਧਿਆਨ ਬਹੁਤ ਵੱਡੀ ਸ਼ਕਤੀ ਰੱਖਦਾ। ਮਹਾਰਾਜ ਆਪ ਲਿਖਦੇ ਨੇ, ਊੜੇ ਊੜੇ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਬੱਚਿਆਂ ਨੂੰ ਪਿੱਛੇ ਛੱਡ ਆਉਂਦੀਆਂ ਕੂੰਜਾਂ, ਪਰ ਧਿਆਨ ਰੱਖਦੀਆਂ ਬੱਚਿਆਂ ਦਾ। ਧਿਆਨ ਦੇ ਨਾਲ ਹੀ, ਜਿਵੇਂ ਮਾਈ ਸੇਵਾ, ਧਿਆਨ ਦੇ ਨਾਲ ਹੀ ਆਪਣਾ ਬੱਚਾ ਕਾਬਲ ਕੰਧਾਰ ਵਿੱਚ ਪਾਲਦੀ ਸੀ, ਧਿਆਨ ਦੇ ਨਾਲ ਹੀ। ਹੁਣ ਸੰਗਤ ਨੇ ਰੋਜ਼ ਪੁੱਛਣਾ ਕਿ ਬੀਬੀ ਪਤਾ ਨਹੀਂ ਕਿੱਥੋਂ ਸਵੇਰੇ ਪ੍ਰਗਟ ਹੋ ਜਾਂਦੀ, ਸ਼ਾਮ ਨੂੰ ਲੱਭਦੀ ਨਹੀਂ, ਅਲੋਪ ਹੋ ਜਾਂਦੀ। ਮਹਾਰਾਜ ਕਹਿੰਦੇ ਪੁੱਛੋ, ਕਹਿੰਦੇ ਕਿੱਥੋਂ ਆਉਂਦੀ? ਕਹਿੰਦੇ ਕਾਬਲ ਤੋਂ ਆਉਂਦੀ, ਰੋਜ਼ ਸੰਤੋਖ ਸਰ ਦੀ ਸੇਵਾ ਕਰਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬੀਬੀ ਕਿਵੇਂ ਆਉਣੀ ਏਡੀ ਦੂਰ ਤੋਂ? ਕਹਿੰਦੇ ਸੱਤ ਦੇ ਬਲ ਕਰਕੇ ਆਉਣੀ। ਪਰਮੇਸ਼ਰ ਮੰਨਿਆ ਪਤੀ ਨੂੰ ਹੋਰ ਕੋਈ ਧਿਆਨ 'ਚ ਲਿਆਂਦਾ ਨਹੀਂ ਕਦੇ, ਤੇ ਬਾਣੀ ਪੜ੍ਹਨੀ, ਬੰਦਗੀ ਕਰਨੀ, ਇਹਦੇ ਨਾਲ ਕਿਰਪਾ ਹੋਈ ਸਾਰੀ। ਇੱਥੇ ਟੋਕਰਾ ਹਿਲਾ ਕੇ ਮੈਂ ਭੰਗੂੜਾ ਬੱਚੇ ਦਾ ਉੱਥੇ ਹਿਲਾ ਦਿੰਦੀ। ਇਹ ਇੱਕ ਅੱਗੇ ਦੀਆਂ ਕਲਾਸਾਂ ਨੇ। MBBS ਤੱਕ ਜਾਣਾ ਬਹੁਤ ਔਖਾ ਹੁੰਦਾ। ਜਣਾ ਖਣਾ ਬੰਦਾ, ਇੱਥੇ ਕਈ ਬੈਠੇ ਹੋਣੇ, ਡਾਕਟਰੀ ਨੂੰ ਪੰਗਾ ਲਿਆ ਹੋਣਾ ਉਹਨਾਂ ਨੇ, ਲੰਘੇ ਹੀ ਨਹੀਂ, ਕਿਉਂਕਿ ਡਾਕਟਰੀ 'ਚ ਮਿਹਨਤ ਬੜੀ ਕਰਨੀ ਪੈਂਦੀ। ਪਹਿਲਾਂ ਤਾਂ PMT 'ਚ ਵੀ ਲੰਘਣਾ ਬਹੁਤ ਔਖਾ ਹੁੰਦਾ। ਲੱਖਾਂ ਬੱਚੇ ਪੇਪਰ ਦਿੰਦੇ, ਫਿਰ ਉਹ ਗਾਹਾਂ ਪੇਪਰ ਦਿੰਦੇ, ਫਿਰ ਮਸਾਂ ਸਾਹੋ ਸਾਹੀ ਹੋ ਕੇ ਅਗਲਾ MBBS ਕਰਾਉਂਦਾ, ਫਿਰ MD ਹੈ। ਸਾਡੇ ਡਾਕਟਰ ਪਟਿਆਲੇ, ਉਹ PGI 'ਚ DM ਕਰਨ ਚਲੇ, MD ਤੋਂ ਕੋਈ DM। ਪਾਗਲ ਹੋ ਗਿਆ, ਮਸਾਂ ਦਿਮਾਗ ਠੀਕ ਹੋਇਆ ਉਹਦਾ, ਇੰਨਾ ਜ਼ੋਰ ਲੱਗ ਗਿਆ ਉਹਦਾ। ਇਹ ਜਿਹੜੀਆਂ ਹੁੰਦੀਆਂ, ਹੁਣ ਜਿਹੜਾ DM ਡਾਕਟਰ ਹੈ ਉਹਨੂੰ MBBS ਵਾਲਾ ਨਿਆਣਾ ਹੀ ਲੱਗਦਾ, ਵੀ ਇਹਨੂੰ ਵਿਚਾਰੇ ਨੂੰ ਕੀ ਪਤਾ, ਖਾਸ ਗੱਲ ਨਹੀਂ ਪਤਾ। ਇਸੇ ਤਰ੍ਹਾਂ ਇੱਧਰਲੀਆਂ ਅਵਸਥਾਵਾਂ ਵਿੱਚ ਗਾਹਾਂ ਗਾਹਾਂ ਜਦੋਂ ਅਵਸਥਾਵਾਂ ਉੱਪਰ ਉੱਠਦੀਆਂ ਨੇ, ਥੱਲੇ ਵਾਲੀਆਂ ਹੋ ਜਿੱਥੇ ਹੁਣ ਆਪਾਂ ਬੈਠੇ ਆਪੇ ਆਪਣੇ ਆਪ ਨੂੰ ਬੜਾ ਸ਼ਾਹੂਕਾਰ ਸਮਝਦੇ, ਵੀ ਮੈਂ ਪਤਾ ਨਹੀਂ ਕਿੰਨਾ ਕੁ ਅਭਿਆਸੀ ਹਾਂ। ਇਹੋ ਕੁਛ ਨਹੀਂ ਹੁੰਦਾ, ਇੰਨੇ ਵੱਡੇ ਅਭਿਆਸੀ ਨਹੀਂ ਹੈਗੇ ਹਲੇ ਆਪਾਂ, ਜਿੰਨੇ ਕੁ ਵੱਡੇ ਹੋਰ ਬੈਠੇ ਵੀ ਨਹੀਂ। ਕੋਈ ਇੱਕ ਅੱਧਾ ਸੰਗਤ 'ਚ ਬੈਠਾ, ਇੱਕ ਦੋ ਬੈਠੇ ਹੋਣੇ ਬਸ। ਸਾਰੇ ਜਾਣੇ ਉਹਨੇ ਤਕੜੇ ਅਭਿਆਸੀ ਨਹੀਂ ਹੁੰਦੇ, ਤੇ ਉੱਥੇ ਤੱਕ ਕੋਈ ਪਹੁੰਚ ਵੀ ਨਹੀਂ ਸਕਦੇ। ਤੇ ਜੇ ਉਹਨਾਂ ਨੂੰ ਤਾਹਾਂ ਦੀ ਗੱਲ ਕਿਤੇ ਮਾੜੀ ਜਿਹੀ ਦੱਸ ਦਈਏ, ਮੈਂ ਸੰਗਤ ਨੂੰ ਇਹੀ ਬੇਨਤੀ ਕਰ, ਵੀ ਤੁਸੀਂ ਦੇਖੋ ਸਾਨੂੰ ਥੱਲੇ ਨੂੰ ਖਿੱਚਣਗੇ, ਆਪ ਨਹੀਂ ਉੱਤੇ ਨੂੰ ਆਉਂਦੇ, ਕਹਿਣਗੇ ਇਹ ਨਾ ਸੁਣਾਇਆ ਕਰ। ਕਿਉਂ? ਕਹਿੰਦੇ ਇਹ ਐਂ ਲੱਗਦਾ ਜਿਵੇਂ ਗਲਤ ਗੱਲ ਜੀ ਹੁੰਦੀ, ਕਿਉਂਕਿ ਇਹ ਗੱਲ ਬਹੁਤ ਤਾਹਾਂ ਦੀ ਆ, ਉਹ ਸਾਦਾ ਠਾਂ ਠਾਂ ਹੀ ਠੀਕ ਹੈ। ਜਿਵੇਂ ਆਪਾਂ ਕੱਲ੍ਹ ਵੀ ਦੱਸਿਆ ਸੀ ਕਿ ਜਿਹੜੀ ਕਥਾ ਭਰੀ ਆਪਾਂ ਆਤਮ ਗਿਆਨ, ਉਹ ਬਹੁਤ ਉੱਚੀ ਕਥਾ ਹੈ। ਜਿਵੇਂ ਜਪਜੀ ਸਾਹਿਬ ਦੀ ਪਹਿਲੀ ਕਥਾ ਦੇ 84 ਟਰੈਕ ਬਣੇ ਨੇ, ਤਾਂ ਉਹ ਬਹੁਤ ਡੂੰਘੀ ਕਥਾ। ਹਾਲਾਂਕਿ ਦਾਸ ਨੇ ਉਹ ਕਥਾ 60% ਹੀ ਭਰੀ ਹੈ, ਹਾਲਾਂਕਿ ਉਹ 40% ਬਾਕੀ ਆ। ਮੈਂ ਉਹਦੇ ਅਰਥ ਕੀਤੇ ਨਹੀਂ 40%। ਕਿਉਂ? ਉਹ 60% ਨੂੰ ਲੋਕ ਕਹਿੰਦੇ ਵੀ 10-10 ਵਾਰੀ ਸੁਣ ਲਈ, ਹਲੇ ਤੱਕ ਉਹ ਸਾਡੇ ਪੱਲੇ ਨਹੀਂ ਪੈਂਦੀ। ਤੇ ਜੇ ਕਿਤੇ ਗਾਣ ਲਈ 40% ਸੁਣਾ ਦਈਏ, ਤੁਸੀਂ ਤਾਂ ਸੀੜੀ ਨੂੰ ਹੱਥ ਹੀ ਨਹੀਂ ਲਾਉਣਾ ਮੁੜ ਕੇ, ਤੁਸੀਂ ਕਹਿਣਾ ਇਹ ਤਾਂ ਔਖੀ ਬੜੀ। ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਵਿੱਚ ਜਿੰਨੀਆਂ ਅਵਸਥਾਵਾਂ ਨੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਇੱਥੇ ਹੀ ਨਹੀਂ ਕੰਮ ਖੜ ਜਾਂਦਾ ਹੈ।
ਇਹ ਤਾਂ ਜਿਵੇਂ ਕਿਹਾ ਸੀ ਮਹਾਰਾਜ ਨੇ, ਕਹਿੰਦੇ ਮੁਹੰਮਦ ਜੀ ਨੇ 7 ਆਕਾਸ਼ 7 ਪਤਾਲ ਦੇਖੇ, ਉਹਨਾਂ ਨੇ ਉਹਨੇ ਕਹੇ। ਅਸੀਂ ਲੱਖਾਂ ਦੇਖੇ, ਅਸੀਂ ਲੱਖਾਂ ਕਹੇ, ਤੇ ਇਹ 'ਚ ਕਿਹੜੀ ਗੱਲ? ਨਹੀਂ ਤਾਂ ਸਾਰੇ ਜਣੇ ਪਿੱਛੇ ਨੂੰ ਖਿੱਚਦੇ ਨੇ ਵੀ ਨਹੀਂ ਜੀ 7 ਹੀ ਕਹੇ, ਤੁਸੀਂ ਵੀ 7 ਕਹੋ। ਕਿਉਂ 7 ਕਹਿਣ ਗੁਰੂ ਨਾਨਕ ਸਾਹਿਬ? ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ। ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਰੋੜਾਂ ਬ੍ਰਹਿਮੰਡ ਆਪ ਬਣਾਏ ਨੇ, ਬਣਾਉਣ ਹਾਰੇ ਨੇ, ਤੇ ਫਿਰ ਉਹ ਕਿੱਦਾਂ ਕਹਿ ਦੇਣ? ਤਾਂ ਤੇ ਜਦੋਂ ਵੀ ਆਪਾਂ ਨੇ ਇਹ ਮਿਹਨਤਾਂ ਮਸ਼ੱਕਤਾਂ ਕਰਨੀਆਂ, ਨੋਰਮਲ ਸਿੱਖੀ ਠੀਕ ਆ, ਕਮਾਓ। ਸਵੇਰੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਕਰਨਾ, 5 ਬਾਣੀਆਂ ਦਾ ਪਾਠ ਕਰਨਾ, ਰਹਿ ਰਾਸ ਸ਼ਾਮ ਨੂੰ, ਕੀਰਤਨ ਸੋਹਲਾ ਰਾਤ ਨੂੰ, ਸੁਖਮਨੀ ਸਾਹਿਬ ਦਾ ਟਾਈਮ ਲੱਗ ਜੇ, ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਆਸਾ ਦੀ ਵਾਰ ਪੜ੍ਹ ਲਈ, 5 ਗ੍ਰੰਥੀ ਦਾ ਨਿਤਨੇਮ ਕਰ ਲਿਆ, ਸ਼ਬਦ ਹਜ਼ਾਰੇ ਕਰ ਲਏ। ਇਹ ਰੋਜ਼ ਦਾ ਸਾਡਾ ਨਿਤਨੇਮ। ਹੁਣ ਇਹਦੇ ਵਿੱਚ ਆਪਾਂ ਧਿਆਨ, ਧਾਰਨਾ, ਸਮਾਧੀ ਸਾਰਾ ਕੁਝ ਲਿਆਈਏ ਜੇ। ਇੰਗਲਿਸ਼ 'ਚ ਹੁਣ ਮੈਡੀਟੇਸ਼ਨ ਕਹਿੰਦੇ, ਮੈਡੀਟੇਸ਼ਨ ਕਰਦੇ ਨੇ। ਮੈਡੀਟੇਸ਼ਨ ਕਰਨ ਲਈ ਆਪਾਂ ਨੂੰ ਧਿਆਨ ਲਾਉਣ ਦੀ ਲੋੜ ਪੈਂਦੀ ਹੈ। ਧਿਆਨ ਲਾਉਣ ਲਈ ਸਾਨੂੰ ਸਰੀਰ ਤੋਂ ਉੱਪਰ ਉੱਠਣਾ ਪੈਂਦਾ। ਧਿਆਨ ਲਾਉਣ ਲਈ ਆਪਾਂ ਨੂੰ ਫਿਰ, ਜੇ ਹੁਣ ਆਪਾਂ ਦੁਨੀਆ 'ਚ ਰਹੀਏ ਤਾਂ ਧਿਆਨ ਨਹੀਂ ਲੱਗਦਾ। ਆਹ ਸਰੀਰ ਵਿੱਚੋਂ ਆਪਣੇ ਆਪ ਨੂੰ ਚੱਕ ਕੇ ਇੱਥੇ ਉੱਪਰ ਲਿਆਉਣਾ, ਓੰਕਾਰ ਦੇ ਆਧਾਰ ਤੇ। ਓੰਕਾਰ, ਉਹਦੇ ਲਈ ਉੱਤੇ ਨੂੰ ਧਿਆਨ ਲੈ ਕੇ ਜਾਣਾ। ਹੌਲੀ ਹੌਲੀ ਸੱਚਖੰਡ ਵਸੈ ਨਿਰੰਕਾਰ ਤੱਕ ਲੈ ਜਾਣਾ ਆਪਣੇ ਆਪ ਨੂੰ। ਕਿਉਂਕਿ ਜੇ ਆਪਾਂ ਧਿਆਨ ਕਰਕੇ ਸੰਸਾਰ 'ਚ ਰਹੇ ਤਾਂ ਆਪਣਾ ਧਿਆਨ ਸੰਸਾਰ ਵਿੱਚ ਹੀ ਖਿੰਡ ਜਾਂਦਾ। ਤੇ ਧਿਆਨ ਆਪਾਂ ਜੇ ਕਰੀਏ ਸੱਚਖੰਡ ਦਾ ਧਿਆਨ ਕਰਦੇ ਹੋਏ, ਪਰਮੇਸ਼ਰ ਦਾ ਧਿਆਨ ਕਰਦੇ ਹੋਏ, ਇਹ ਬੜਾ ਦੇਖੋ ਫਰਕ ਪੈਂਦਾ। ਗੁਰੂ ਗ੍ਰੰਥ ਸਾਹਿਬ ਵੱਲ ਦੇਖ ਕੇ ਵਾਹਿਗੁਰੂ ਕਹਿਓ, ਉਹਦਾ ਵੱਖਰਾ ਆਨੰਦ ਹੈ। ਕਿਉਂਕਿ ਆਪਾਂ ਵਾਹਿਗੁਰੂ ਨੂੰ ਦੇਖ ਕੇ ਹੀ ਵਾਹਿਗੁਰੂ ਕਹਿ ਰਹੇ ਹਾਂ। ਵਾਹਿਗੁਰੂ ਮੰਤਰ ਲਿਖਿਆ ਹੋਵੇ, ਦੇਖ ਕੇ ਵਾਹਿਗੁਰੂ ਕਹਿਣ ਦਾ ਵੱਖਰਾ ਆਨੰਦ ਹੈ। ਇੱਕ ਓੰਕਾਰ ਦਾ ਆਨੰਦ ਹੈ। ਧਿਆਨ ਉੱਪਰ ਨੂੰ ਲੈ ਕੇ ਜਾਣਾ ਹੈ, ਜਪਦੇ ਹੋਏ ਉੱਪਰ ਧਿਆਨ ਲੈ ਕੇ ਜਾਣਾ, ਤੇ ਆਪਣੇ ਆਪ 'ਚ ਮਹਿਸੂਸ ਕਰਨਾ ਕਿ ਮੈਂ ਸੱਚਖੰਡ। ਇਹ ਅਭਿਆਸ ਹੈ ਕਿ ਮੈਂ ਸਰੀਰ ਨੂੰ ਛੱਡ ਦੇਣਾ, ਸਰੀਰ ਨੂੰ ਭੁੱਲ ਜਾਣਾ, ਥਾਂ ਨੂੰ ਭੁੱਲ ਜਾਣਾ, ਸੱਚਖੰਡ ਵਿੱਚ ਧਿਆਨ ਲੈ ਕੇ ਜਾਣਾ। ਮੰਨ ਲਓ ਆਪਾਂ ਨੇ ਸਰੀਰ ਛੱਡ ਦਿੱਤਾ ਤੇ ਸੱਚਖੰਡ ਵੱਲ ਨੂੰ ਧਿਆਨ ਲੈ ਕੇ ਗਏ ਆਪਣਾ। ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਵਸੈ ਨਿਰੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ ਤਾਂ ਅੰਤ ਨ ਅੰਤ, ਤਿਥੈ ਲੋ ਲੋ ਆਕਾਰ। ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਨੇ ਉੱਥੇ। ਉਹ ਆਗਿਆਕਾਰੀ ਨੇ, ਜਿਵ ਜਿਵ ਹੁਕਮ ਉਹਨਾਂ ਨੂੰ ਹੁੰਦਾ, ਜਿਵੇਂ ਪ੍ਰਮਾਤਮਾ ਦਾ ਹੁਕਮ ਤਿਵੈ ਤਿਵ ਕਾਰ। ਵਾਹਿਗੁਰੂ ਉਹਨਾਂ ਨੂੰ ਵੇਖੈ, ਫਿਰ ਪ੍ਰਸੰਨ ਹੁੰਦਾ, ਵਿਗਸੈ, ਉਹਨਾਂ ਬਾਰੇ ਫਿਰ ਕਰਦਾ ਹੈ ਵਿਚਾਰ। ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਇੱਦੋਂ ਗਾਂ ਹੁਣ ਕਹਿੰਦੇ ਕਥਨ ਕਰਨਾ ਅੱਖਰੀ ਔਖਾ ਹੈ। ਅੱਖਰਾਂ ਦੇ ਨਾਲ ਕਥਨ ਕਰਨਾ। ਕੱਲ੍ਹ ਵੀ ਦੱਸਿਆ ਸੀ ਕਿ ਨਿਰੰਕਾਰ ਪ੍ਰਕਾਸ਼ ਸਰੂਪ ਨੂੰ ਸਾਨੂੰ ਸਮਝਾਉਣ ਲਈ 10 ਸਰੂਪ ਧਾਰਨੇ ਪਏ ਸਾਡੇ ਕਰਕੇ, ਤੇ ਸਾਨੂੰ ਸਮਝਾਉਣ ਲਈ ਉਹਨਾਂ ਨੇ ਸ਼ਬਦ ਨੂੰ ਸਾਡੇ ਸਾਹਮਣੇ ਲਿਆਂਦਾ, ਕਿਉਂਕਿ ਅਸੀਂ ਹੋਰ ਕੋਈ ਭਾਸ਼ਾ ਨੂੰ ਸਮਝ